जय मसीह की। मैं परमेश्वर का बहुत धन्यवाद कर रहा है कि प्रभु ने इस वीडियो के माध्यम राही फिर एक और बार थोड़ा हर एक ना परमेश्वर वचन लैके थोड़ा हर एक सामने आने लिए परमेश्वर ने मैंने एक मौका दिता, इसलिए मैं परमेश्वर का बहुत धन्यवाद कर रहा ਹਾਂ। और लास्ट टाइम जो ਅਸੀਂ किताब पढ़िया ਸੀਗਾ, ਅਸੀਂ किताब ਹੋਸ਼ਿਆ ਦੀ किताब ਦੇ ਵਿੱਚ ਅਸੀਂ ਸਿੱਖਿਆ ਸੀ। और ਅੱਜ जो ਅਸੀਂ जिस किताब ਦੇ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ, जिस किताब ਦੇ ਬਾਰੇ ਅਸੀਂ ਸੁਣਨ ਜਾ ਰਹੇ ਹਾਂ, ਪੜ੍ਹਨ ਜਾ ਰਹੇ ਹਾਂ, ਉਹ ਹੈਗਾ ਆ ਯੋਏਲ ਦੀ किताब। और ਯੋਏਲ ਵੀ ਜੋ ਹੈ ਮਾਈਨਰ ਪ੍ਰੋਫਿਟ ਦੇ ਵਿੱਚੋਂ ਹੀ ਇੱਕ ਪ੍ਰੋਫਿਟ ਮੰਨਿਆ ਜਾਂਦਾ ਆ, ਔਰ ਉਹਦਾ ਨਾਮ ਮਾਈਨਰ ਪ੍ਰੋਫਿਟ ਦੇ ਵਿੱਚ ਲਿਸਟ ਵਿੱਚ ਆਉਂਦਾ ਹੈ। ਆਪਾਂ ਅਗਰ ਉਹਦੀ ਇੰਟਰੋਡਕਸ਼ਨ ਵੱਲ ਆਪਾਂ ਦੇਖੀਏ ਤਾਂ ਯੋਏਲ ਜੋ ਹੈ ਉਹਦਾ ਨਾਮ ਦਾ ਜੋ ਮਤਲਬ ਜੋ ਹੈ ਯਾਹੂਵੇ ਇਜ਼ ਗॉड, ਯਾਨੀ ਕਿ ਉਹਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਯਾਹੂਵੇ ਇਜ਼ ਅ ਗॉड। तो ਇੱਥੇ ਆਪਾਂ ਜਦ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗਦਾ ਇੱਥੇ ਲਿਖਿਆ ਹੈ कि we know nothing else about him other than the name of his father who is Petuel। तो ਬਾਈਬਲ ਵਿੱਚ ਜਾਂ ਫਿਰ ਆਪਾਂ ਕਿਸੇ ਹੋਰ ਹਿਸਟੋਰੀਕਲ ਰੂਪ ਵਿੱਚ ਯੋਏਲ ਦੀ ਅਗਰ ਕਿਸੇ ਹੋਰ ਪੁਸਤਕ ਵੀ ਆਪਾਂ ਲੱਭੀਏ ਜੋ ਜਿੱਥੇ ਯੋਏਲ ਦੇ ਬਾਰੇ ਲਿਖਿਆ ਹੋਵੇ, ਉਹਦੇ ਸਿਰਫ ਸਾਨੂੰ ਜ਼ਿਆਦਾ ਕੁਝ ਯੋਏਲ ਦੇ ਬਾਰੇ ਨਹੀਂ ਪਤਾ ਲੱਗਦਾ, ਨਾ ਹੀ ਉਹਦੇ ਘਰ ਦੇ ਬਾਰੇ ਕੁਝ ਜ਼ਿਆਦਾ ਪਤਾ ਲੱਗਦਾ, ਨਾ ਹੀ ਉਹਦੇ ਮਾਤਾ ਕੌਣ ਹੈ ਜਾਂ ਮਦਰ ਕੌਣ ਹੈ ਦੇ ਬਾਰੇ ਨਹੀਂ ਪਤਾ, ਪਰ ਸਾਨੂੰ ਉਹਦੇ ਪਿਤਾ ਬਾਰੇ ਜ਼ਰੂਰ ਬਾਈਬਲ ਦੱਸਦੀ ਹੈ ਕਿ ਉਹਦਾ ਪਿਤਾ ਦਾ ਨਾਮ ਜੋ ਪੈਤੂਏਲ ਸੀ। ਔਰ ਉਸ ਤੋਂ ਬਾਅਦ ਪੈਤੂਏਲ ਤੋਂ ਬਾਅਦ ਸਿੱਧਾ ਹੀ ਉਹਦੀ ਮਿਨਿਸਟਰੀ ਦੇ ਬਾਰੇ ਸਾਨੂੰ ਦੱਸਦਾ ਹੈ ਬਾਈਬਲ ਕਿ ਉਹਨੇ ਸੇਵਾ ਕਿੱਥੇ ਕੀਤੀ ਹੈ ਔਰ ਕਿਹੜੇ ਕਿਹੜੇ ਦੇਸ਼ ਵਿੱਚ ਕੀਤੀ ਹੈ, ਕਿਸ ਦੇਸ਼ ਦੇ ਵਿਰੁੱਧ ਉਹਨੇ ਪ੍ਰੋਫੈਸੀਆਂ ਕੀਤੀਆਂ, ਉਹਦੇ ਬਾਰੇ ਕੀ ਹੈ ਸਾਨੂੰ ਬਾਈਬਲ ਵਿੱਚ ਉਹਦੀ ਕਿਤਾਬ ਪੜ੍ਹਨ ਸਾਨੂੰ ਪਤਾ ਲੱਗਾ। ਉਹਦੇ ਨਾ ਹੀ ਪਰਿਵਾਰ ਬਾਰੇ, ਨਾ ਹੀ ਉਹ ਕਿਹੜੇ ਕੋਲ 'ਚ ਸੀਗਾ ਵਗੈਰਾ ਵਗੈਰਾ, ਉਹ ਕੀ ਕੰਮ ਕਰਦਾ ਸੀਗਾ ਵਗੈਰਾ, ਇਹਦਾ ਕੁਛ ਨਹੀਂ ਸਾਨੂੰ ਪਤਾ ਲੱਗ ਰਿਹਾ। तो सिर्फ ਉਹਦੇ ਪਿਤਾ ਦੇ ਬਾਰੇ ਸਾਨੂੰ ਬਾਈਬਲ ਦੱਸਦਾ ਹੈ ਕਿ ਉਹਦੇ ਪਿਤਾ ਦਾ ਨਾਮ ਪੈਤੂਏਲ ਸੀ। ਔਰ ਆਪਾਂ ਇਹ ਡੇਟ ਵੱਲ ਜਾਈਏ, ਜੋ ਡੇਟ ਜੋ ਇਸ ਕਿਤਾਬ ਦਾ ਜੋ ਡੇਟ ਹੈ ਦਿੱਤਾ ਗਿਆ ਹੈ ਤੇ ਲਿਖਿਆ ਹੈ ਕਿ the first view of is the Joel ministered in 835 BC during the time of Joash, ਯਾਨੀ ਕਿ ਜਦੋਂ ਯਹੂਦਾ ਦੇ ਵਿੱਚ ਜੋਆਸ਼ ਰਾਜਾ ਸੀਗਾ। तो ਉਸ ਟਾਈਮ ਕੀ ਆ ਪਰਮੇਸ਼ਵਰ ਨੇ ਯੋਏਲ ਨੂੰ ਖੜਾ ਕੀਤਾ ਸੀਗਾ BC 835 ਦੇ ਵਿੱਚ। ਪਰਮੇਸ਼ਵਰ ਨੇ ਉਹਨੂੰ ਐਸ ਅ ਪ੍ਰੋਫੈਸੀ ਦੇ ਰੂਪ ਵਿੱਚ, ਭਵਿੱਖਵਕਤਾ ਦੇ ਰੂਪ ਵਿੱਚ ਪਰਮੇਸ਼ਵਰ ਨੇ ਕੀ ਕੀਤਾ, ਯੋਏਲ ਨੂੰ ਖੜਾ ਕੀਤਾ ਤਾਂ ਕਿ ਉਹ ਯਹੂਦਾ ਦੇ ਵਿਰੁੱਧ ਕੀ ਕਰੇ, ਪ੍ਰੋਫੈਸੀਆਂ ਕਰੇ, ਯਹੂਦਾ ਦੇ ਵਿਰੁੱਧ ਕੀ ਕਰੇ, ਭਵਿੱਖਬਾਣੀਆਂ ਕਰੇ। तो ਉਹਦੇ ਫਸਟ ਰੀਜ਼ਨ ਹੈ ਜੋ ਮੈਂ ਤੁਹਾਡੇ ਸਾਹਮਣੇ ਪੜ੍ਹ ਚੁੱਕਿਆ ਹਾਂ ਤੇ ਲਿਖਿਆ ਹੈ ਕਿ the first view of his joy ministered in 835 BC during किंग जोआश, यानी कि जिस टाइम जोआश राजा सीगा उस टाइम परमेश्वर ने योएल ਨੂੰ ਖੜਾ ਕੀਤਾ ਸੀਗਾ। और उस टाइम ਕੀ ਆ ਜੋ ਜੂੜਾ ਸੀ यानी कि ਯਹੂਦਾ ਸੀਗਾ, ਉਹ ਇੱਕ ਬਿਮਾਰੀ ਦੇ ਨਾਲ ਬਹੁਤ ਜ਼ਿਆਦਾ ਇੱਕ ਬਿਮਾਰੀ ਵੀ ਸੀ ਔਰ ਉਹਦੇ ਉੱਥੇ ਗਰੀਬੀ ਵੀ ਸੀ। ਗਰੀਬੀ ਕਰਕੇ ਸੋਖਾਪਨ ਹੋਣ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਜੋ ਯਹੂਦਾ ਦੇ ਲੋਕ ਸਾਹਮਣਾ ਕਰ ਰਹੇ ਸੀਗੇ। ਇੱਥੇ ਲਿਖਿਆ ਹੈ ਕਿ ਐਟ ਦਿਸ ਟਾਈਮ ਜੋੜਾ ਵਾਸ ਅਫੈਕਟਡ ਵਿਦ ਗ੍ਰੇਟ ਡਰਾਟ ਐਂਡ ਲੋਕਸਟ ਇਨਵੇਸ਼ਨ, ਯਾਨੀ ਕਿ ਉਸ ਟਾਈਮ ਯਹੂਦਾ ਦੇ ਵਿੱਚ ਕੀ ਸੀਗਾ, ਜੋ ਲੋਕਸਟ ਹੁੰਦੇ ਯਾਨੀ ਕਿ ਜੋ ਕੀੜੇ ਮਕੌੜੇ ਸੀਗੇ ਉਹਨਾਂ ਦਾ ਭਰਮਾਰ ਸੀਗਾ ਔਰ ਉਹਨਾਂ ਕਰਕੇ ਜੋ ਉੱਧਰ ਲੋਕ ਸੀਗੇ ਬਹੁਤ ਜ਼ਿਆਦਾ ਤੰਗ ਸੀਗੇ ਔਰ ਉੱਪਰੋਂ ਉਸ ਦੇਸ਼ ਵਿੱਚ ਬਹੁਤ ਜ਼ਿਆਦਾ ਗਰੀਬ ਉਹ ਸੂਖਾਪਨ ਆ ਗਿਆ ਸੀਗਾ, यानी कि बहुत ज़्यादा पानी की किल्लत हो गई सी, बहुत यानी कि पानी यानी कि ना के बराबर उस देश में हो गया सीगा। तो आज ही प्रॉब्लम का सामना उस देश के लोग ते राजा कर रहे सीगे। और इत्थे उन्हां दिनां दे विच ही परमेश्वर ने की कीता, योएल नूं खड़ा कीता सीगा। ते अगे इत्थे लिखिया है कि the prophet saw it is a punishment from God for the sins of their people। The second view of the Joel ministered during the 6th century BC after Haggai and Zechariah। तो ਇਹ ਜੋ ਗਰੀਬੀ ਸੀਗਾ ਔਰ ਜਾਂ ਸੌਖਾਪਨ ਸੀਗਾ ਔਰ ਬਹੁਤ ਸਾਰੇ ਜੋ ਕੀੜੇ ਮਕੌੜੇ ਦਾ ਭਰਮਾਰ ਯਹੂਦਾ ਦੇ ਵਿੱਚ ਆਇਆ ਸੀਗਾ, ਉਹ ਇਸ ਕਰਕੇ ਆਇਆ ਸੀ ਕਿ ਜੋ ਇਜ਼ਰਾਈਲ ਜੋ ਯਹੂਦਾ ਦੇ ਲੋਕ ਸੀ, ਯਾਨੀ ਕਿ ਇਜ਼ਰਾਈਲ ਦੇ ਲੋਕ ਜਿਹਨਾਂ ਅਸੀਂ ਮੰਨਦੇ ਆ, ਤਾਂ ਉਹ ਲੋਕ ਸੀਗੇ ਪਰਮੇਸ਼ਰ ਦੇ ਵਿਰੁੱਧ ਬਹੁਤ ਬੁਰੇ ਕੰਮ ਕੀਤੇ ਸੀਗੇ। ਉਹਦਾ ਰਾਜਾ ਭਰਿੱਠ ਸੀਗਾ ਔਰ ਜੋ ਦੇਸ਼ ਦੇ ਸੀਗੇ, ਦੇਸ਼ ਦੇ ਲੋਕ ਜਿਹੜੇ ਸੀਗੇ ਉਹ ਪਰਮੇਸ਼ਰ ਦੇ ਵਿਰੁੱਧ ਕੰਮ ਕਰਨ ਵਾਲੇ ਲੋਕ ਸੀਗੇ, ਜਿਸ ਕਰਕੇ ਪਰਮੇਸ਼ਰ ਦਾ ਜੋ ਗੁੱਸਾ ਆ ਉਹ ਉਹਨਾਂ ਉੱਤੇ ਪ੍ਰਗਟ ਹੋਇਆ। ਔਰ ਯੋਏਲ ਜਦੋਂ ਇਹ ਮਿਨਿਸਟਰੀ ਕਰ ਰਿਹਾ ਸੀਗਾ ਉਸ ਟਾਈਮ ਇੱਥੇ ਆਪਾਂ ਦੇਖੀਏ, ਇੱਥੇ ਲਿਖਿਆ ਹੈ ਕਿ उस टाइम हगाई भी और ज़करिया भी किया उस टाइम मिनिस्ट्री कर रहे थे, पर वो दूसरे प्रांतों में
ਪਰਮੇਸ਼ਰ ਸੇਵਕਾ ਕਰ ਰਹੇ ਸੀਗੇ ਜਿਸ ਟਾਈਮ ਯੋਏਲ ਮਿਨਿਸਟਰੀ ਕਰ ਰਿਹਾ ਸੀਗਾ। ਤੋ ਅੱਗੇ ਆਪਾਂ ਟਾਈਟਲ ਬਾਰੇ ਦੇਖੀਏ ਤਾਂ ਟਾਈਟਲ ਜੋ ਹੈਗਾ ਤੋਂ ਇਹਦੇ ਨਾਮ ਤੋਂ ਹੀ ਕੀ ਆ ਇਸ ਕਿਤਾਬ ਦਾ ਟਾਈਟਲ ਪਿਆ, ਯਾਨੀ ਕਿ ਯੋਏਲ ਦੀ ਨਾਮ ਦੀ ਕਿਤਾਬ ਤੋਂ ਹੀ ਇਹ ਟਾਈਟਲ ਪਿਆ। ਉਹਦਾ ਜੋ ਨਾਮ ਆ ਉਹਨੂੰ ਅਸੀਂ ਅਗਰ ਇਬਰਾਨੀ ਭਾਸ਼ਾ ਵਿੱਚ ਆਪਾਂ ਪੜ੍ਹੀਏ ਤਾਂ ਕਿ ਯੋਏਲ ਯਾਨੀ ਕਿ ਵਾਈ ਤੋਂ ਯੋਏਲ ਨਾਮ ਪਿਆ ਹੈ। ਔਰ ਜਿਸਦਾ ਮਤਲਬ ਹੈਗਾ ਜਿਸ ਤਰ੍ਹਾਂ ਯਾਹਵੇ ਇਜ਼ ਅ ਗॉड, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਯੋਏਲ ਦਾ ਨਾਮ ਆ, ਉਹਦੇ ਨਾਮ ਦਾ ਮਤਲਬ ਹੀ ਆ ਕਿ ਪਰਮੇਸ਼ਵਰ ਹੀ ਯਹੋਵਾ ਹੀ ਪਰਮੇਸ਼ਵਰ ਯਾਨੀ ਕਿ ਯਾਹਵੇ ਇਜ਼ ਅ ਗॉड। तो ਅੱਗੇ ਜੋ ਲਿਖਿਆ ਕਿ ਦਾ this means is extremely appropriate in view of the message of Joel, which lays stress on God as a sovereign one who has all creation and the nations under his power and control as a God of history। यानी कि ਇਹਦੇ ਇੰਟਰੋਡਕਸ਼ਨ ਵਾਲਾ ਆਪਾਂ ਇੰਟਰੋਡਕਸ਼ਨ ਦੇ ਰੂਪ ਵਿੱਚ ਹੀ ਇਸ ਯਾਨੀ ਟਾਈਟਲ ਦੀ ਕਿਤਾਬ ਦੇ ਵਿੱਚ ਯਾਨੀ ਅਸੀਂ ਤੁਸੀਂ ਕਿਤਾਬ ਦੀ ਸਟਾਰਟਿੰਗ ਵਿੱਚ ਅਗਰ ਤੁਸੀਂ ਉਹਦੀ ਭੂਮਿਕਾ ਪੜ੍ਹੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਜੋ ਕਿਤਾਬ ਆ ਕਿ ਉਹ ਪਰਮੇਸ਼ਰ ਦੀ ਤਾਕਤ ਹੈ, ਪਰਮੇਸ਼ਰ ਦੀ ਜੋ ਮਹਾਨਤਾ ਆ ਉਹ ਦਿਖਾਉਂਦੀ ਆ। ਔਰ ਪਰਮੇਸ਼ਰ ਜੋ ਕੀ ਆ ਪਾਪ ਨੂੰ ਕਦੇ ਵੀ ਸਹਿ ਨਹੀਂ ਸਕਦਾ ਹੈ। ਅਗਰ ਕੋਈ ਵਿਅਕਤੀ ਪਰਮੇਸ਼ਰ ਦੇ ਵਿਰੁੱਧ ਕੋਈ ਪਾਪ ਕਰਦਾ ਪਰਮੇਸ਼ਰ ਬਿਲਕੁਲ ਵੀ ਨਹੀਂ ਸਹਿ ਸਕਦਾ, ਜਿਸ ਕਰਕੇ ਪਰਮੇਸ਼ਰ ਕੀ ਆ ਉਸ ਦੇਸ਼ ਦੇ ਉੱਤੇ ਆਪਣਾ ਜੋ ਗੁੱਸਾ ਪ੍ਰਗਟ ਕੀਤਾ। ਪਰਮੇਸ਼ਰ ਨੇ ਜੋ ਉਹਨਾਂ ਦੇ ਉੱਤੇ ਬੁਰਾਈ ਨੂੰ ਜਾਂ ਉਹਨਾਂ ਦੇ ਉੱਤੇ ਬਵਾ ਨੂੰ ਭੇਜਿਆ ਸੀ ਉਹਦੇ ਬਾਰੇ ਇਸ ਕਿਤਾਬ ਦੇ ਵਿੱਚ ਅਸੀਂ ਪੜ੍ਹਦੇ ਹਾਂ। ਤੋ ਇੱਥੇ ਲਿਖਿਆ ਹੈ ਕਿ our one who has all creation and the nations under his power and control and as the God of history, यानी कि जो परमेश्वर ਉਹਦੇ ਹੀ ਹੱਥ ਵਿੱਚ ਇਹ ਬ੍ਰਹਮਾਂਡ ਦੀ ਸ਼ਕਤੀਆਂ ਹੈ ਉਹ ਹੈ। तो योएल ਇਹ ਦੱਸਣਾ ਚਾਹੁੰਦਾ ਹੈ ਕਿ ਪਰਮੇਸ਼ਰ ਜੋ ਹੈ ਉਹ ਆਤਮ ਮਹਾਨ ਪਰਮੇਸ਼ਰ ਆ, ਉਹ ਸਵਰਗਾਂ ਦੇ ਵਿੱਚ ਰਹਿੰਦਾ ਹੈ ਔਰ ਉਹਦੀ ਜੋ ਤਾਕਤ ਵਾ ਅਸੀਮ ਵਾ ਔਰ ਅਸੀਮਤ ਵਾ यानी कि ताकत होती है और ਉਹ ਜੋ ਹੈ ਪੂਰੀ ਯੂਨੀਵਰਸ ਨੂੰ ਕੀ ਆ ਆਪਣੇ ਹੱਥਾਂ 'ਚ ਲੈ ਕੇ ਘੁੰਮਣ ਵਾਲਾ ਹੈ। ਤੋ ਉਹ ਕੀ ਆ ਆਤਮ ਮਹਾਨ ਪਰਮੇਸ਼ਰ ਹੈ। ਤੋ ਯੋਏਲ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿੰਦਾ ਹੈ। ਔਰ ਯੋਏਲ ਦੀ ਜੋ ਕਿਤਾਬ ਆ ਉਹਦੇ ਵਿੱਚ ਇਹ 3 ਚੈਪਟਰ ਨੇ, ਸਿਰਫ 3 ਚੈਪਟਰ ਵਿੱਚ ਯੋਏਲ ਨੇ ਆਪਣੀ ਜੋ ਕਿਤਾਬ ਆ ਉਹਨੂੰ ਖਤਮ ਕੀਤੀ ਹੋਆ। ਤੋ ਪਰ ਅਗਰ ਯੋਏਲ ਦੀ ਕਿਤਾਬ ਅਗਰ 3 ਚੈਪਟਰ ਹੀ ਹੈ ਪਰ ਫਿਰ ਵੀ ਇਹਦੇ ਵਿੱਚ ਜੋ ਗੱਲਾਂ ਲਿਖੀਆਂ ਨੇ ਬਹੁਤ ਹੀ ਜ਼ਿਆਦਾ ਜੋ ਮਹੱਤਵਪੂਰਨ ਹੈ ਅਹਿਮੀਅਤ ਰੱਖਣ ਵਾਲੀ ਜੋ ਗੱਲਾਂ ਆ ਜੋ ਯੋਏਲ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ, ਕਿਉਂਕਿ ਇਜ਼ਰਾਈਲ ਦੀਆਂ ਜੋ ਗਲਤੀਆਂ ਗੁਨਾਹਾਂ ਆ ਜੋ ਪਾਪ ਆ ਉਹ ਪਰਮੇਸ਼ਰ ਦੇ ਹਜ਼ੂਰ ਤੱਕ ਪਹੁੰਚ ਗਿਆ ਸੀ ਔਰ ਉਹਨਾਂ ਦੇ ਗੁਨਾਹ ਕੀ ਇੱਕ ਪਹਾੜ ਦੇ ਰੂਪ ਲੈ ਕੇ ਪਰਮੇਸ਼ਰ ਦੇ ਹਜ਼ੂਰ ਵਿੱਚ ਪਹੁੰਚਣ ਕਰਕੇ ਪਰਮੇਸ਼ਰ ਨੇ ਕੀ ਕੀਤਾ ਆਪਣਾ ਜੋ ਕਰੋਪ ਆ ਯਾਨੀ ਕਿ ਆਪਣਾ ਜੋ ਗੁੱਸਾ ਆ ਜੋ ਪਰਮੇਸ਼ਰ ਨੇ ਇਜ਼ਰਾਈਲ ਦੇ ਲੋਕਾਂ ਦੇ ਯਹੂਦੀਆਂ ਦੇ ਉੱਤੇ ਪ੍ਰਗਟ ਕੀਤਾ ਔਰ ਉਹਨਾਂ ਦੀ ਜ਼ਿੰਦਗੀਆਂ ਉਹਨਾਂ ਦੇ ਵਿੱਚ ਪਰਮੇਸ਼ਰ ਨੇ ਕੀਤਾ ਬਹੁਤ ਸਾਰੀਆਂ ਲੋਕਸਟ ਭੇਜੀਆਂ, ਬਹੁਤ ਸਾਰੇ ਬਵਾ ਭੇਜੀਆਂ। ਤੋ ਆਪਾਂ ਉਹਦੇ ਕੀਵਰਡ ਬਾਰੇ ਦੇਖਿਆ ਦ ਕੀਵਰਡ ਆਫ or word is keeping with the warning of the book is the day of Yahweh, यानी कि परमेश्वर की वार्निंग आ यहूदा के विरुद्ध कि अगर दोबारा वो इस प्रकार का काम करेगा परमेश्वर की करेगा दोबारा फिर यहूदा के उत्ते अपना जो गुस्सा है परमेश्वर की करेगा प्रकट करेगा, अपनी सज़ा की है जो यहूदा पर प्रकट करेगा। यहूदा दोबारा अगर परमेश्वर विरुद्ध काम करे तो इस करके ही उन्होंने डे ऑफ द याहवे ਦੇ ਨਾਂ ਦੇ ਉੱਤੇ ਵੀ ਆਪਾਂ ਕਹਿੰਦੇ ਹਾਂ ਡੇ ਆਫ ਯਾਹਵੇ ਔਰ ਡੇ ਆਫ ਲॉ ਡੇ ਆਫ ਗॉड ਦੇ ਨਾਮ ਦੇ ਵਿੱਚ ਅਸੀਂ ਆਪਾਂ ਕਹਿ ਸਕਦੇ ਹਾਂ। तो ਉਹਦਾ ਕੀ ਵਰਸ ਜੋ ਹੈ ਉਹਦਾ ਆਪਾਂ ਅਗਰ ਪੜ੍ਹੀਏ ਤਾਂ ਯੋਏਲ ਦੀ ਕਿਤਾਬ 2 ਅਧਿਆਇ ਉਹਦੀ 11ਵੀਂ ਆਇਤ ਤੇ ਜਿੱਥੇ ਲਿਖਿਆ ਹੈ ਆਪਾਂ ਮੈਂ ਤੁਹਾਨੂੰ ਪੜ੍ਹ ਲਵਾਂਗਾ ਕਿ ਲਿਖਿਆ ਕੀ ਆ ਤੇ ਲਿਖਿਆ ਹੈ ਕਿ ਯਹੋਵਾ ਆਪਣੀ ਆਵਾਜ਼ ਆਪਣੇ ਫੌਜ ਦੇ ਸਾਹਮਣੇ ਕੱਢਦਾ ਹੈ ਕਿਉਂਕਿ ਉਹ ਦੇ ਛਾਉਣੀ ਬਹੁਤ ਹੀ ਵੱਡੀ ਹੈ ਜੋ ਉਹਦਾ ਆਖਾ ਪੂਰਾ ਕਰਦਾ ਹੈ ਉਹ ਬਲਵਾਨ ਹੈ। ਯਹੋਵਾ ਦਾ ਦਿਨ महान ਅਤੇ ਭਿਆਨਕ ਹੈ ਕੌਣ ਉਸ ਨੇ ਸह सकता है। यानी कि जिस प्रकार मैं ਤੁਹਾਨੂੰ कह सकता कि परमेश्वर जो है जिस दिन में परमेश्वर खड़ा हो जाऊंगा उस दिन कोई भी दुश्मन परमेश्वर सामने नहीं टिक पाऊंगा। जिस प्रकार यहूदा लोग परमेश्वर विरुद्ध पाप किया था और जिस परमेश्वर खड़ा हो गया सामने उन्होंने सदा देने का स्वयं खड़ा हुआ तो उन्होंने एक भी जन परमेश्वर के सामने खड़े नहीं हो सके उस प्रकार ही। तो ये जो योएल ने तो 2 अध्याय 11 इंच लिखा है कि जब परमेश्वर खड़ा हो जाएगा
ਤਾਂ ਕੋਈ ਵੀ ਦੁਸ਼ਮਣ ਉਹਦੇ ਸਾਹਮਣੇ ਖੜਾ ਨਹੀਂ ਰਹਿ ਸਕੇਗਾ। तो जब अपन की चैप्टर पर देखे तो की चैप्टर भी जिस पर मैं तुम्हें कहा था की चैप्टर जो है मेन चैप्टर 2 के उत्ते ही जो फोकस करता है। तो इसे लिखा है कि चैप्टर 2 इज द की चैप्टर इन दैट इट promises that God will relent of the judgment to be poured out of Israel if she will only return to the Lord। तो यानी कि जिस प्रकार मैं तुमने किया, अगर इज़राइल के लोग परमेश्वर भी दोबारा आए ना तो परमेश्वर कहेगा दोबारा उन्होंने जो रिलेशनशिप है परमेश्वर दोबारा वो बनाएगा। अगर वो नहीं मानते हैं तो परमेश्वर क्या करेगा उन्होंने जजमेंट अपने जजमेंट प्रकट करेगा। तो आप थीम एंड पर्पस में देखें तो सू इस प्रकार पता लगता है कि अगर इतने लिखे है कि जब आप कुछ लाइना वाला पर देखिए इतने लिखे है कि ultimate blessing and restoration promised by Joel to occur. Israel will have to experience the judgment of the tribulation and the outpouring of the Spirit of God. It is a combination of that will cause them to return to the Lord। यानी कि जिस प्रकार मैंने किया सीखा कि अगर परमेश्वर अपनी जो कृपा जो क्रोध है यानी कि अपने गुस्से में प्रकट करेगा तो फिर इज़राइल देश की एक बहुत बड़ी ही तबाही आ सकती है। तो अगर परमेश्वर ने की किया अपने गुस्से में प्रकट किया परमेश्वर अपने एंगर ने उन्होंने प्रकट किया जिस करके उन्होंने की होया बाद में परमेश्वर हाजिर में आना पाया। ਜਿਹੜੇ लोग परमेश्वर तो बलवा करके बैठे थे वो परमेश्वर हाजिर में दोबारा आ गए। तो परमेश्वर जोएल इस प्रकार इस किताब यही कह रहा है कि अगर वो इज़राइल के लोग फिर दोबारा अपने पाप को छड्ड के परमेश्वर हाजिर में आंदा है या परमेश्वर बल मुड़ते तो परमेश्वर उन्होंने फिर दोबारा वो एक रिलेशनशिप बनाएगा। सो इस प्रकार सन इस किताब पता लगता है। तो मेन जो गल है इस जोएल की किताब दस रहा है कि इज़राइल जो लोग से और यहूदा के लोग से उन्होंने की किया परमेश्वर विरुद्ध पाप किया और जिस करके परमेश्वर सज़ा उन्होंने प्रकट होया और जिन्हें करके उन्होंने पछतावा होया कि उन्होंने की किया पाप किया और जिस करके उन्होंने परमेश्वर के विरुद्ध परमेश्वर के दोबारा परमेश्वर वाल आए और परमेश्वर तो माफ़ी मंगिया। तो उसी प्रकार ही जोएल कह रहा है कि अगर वो अपने पाप न जान के अपने पाप क्या अंगीकार करके छड़ देवे तो परमेश्वर दोबारा उन्होंने एक रिलेशनशिप बनाएगा। जैसे आप थीम एंड पर्पस में आप देखोगे तो पता लगता है कि इतने लिखे है कि Joel uses of a recent drought and locust plague that strike Judah without warning as an object lesson to warn of future invasion of Israel in the day of Yahweh. If the nation will repent and return to the Lord, God will restore his relationship with her and bless her। इस प्रकार मैं तुम्हें क्या है अगर जूड़ा या इज़राइल दोबारा अपना जो पाप ना अंकर कर छड़ के परमेश्वर हाजिर में दोबारा आऊँगे या परमेश्वर वाल आऊँगे तो परमेश्वर के करे उन्होंने एक नया वाचा बनाएगा कि नया रिश्ता परमेश्वर के करे इज़राइल के नाल और जूड़ा के नाल परमेश्वर के करे बनाएगा। सो मैं होप करता हूँ कि थोनों इस किताब के जो मेन कंटेंट्स ने थोनों पता लगा कि यह जो योएल की किताब के मेनली की दर्शाया गया किस चीज़ से फोकस किया गया है कि अपा यानी कि जो इज़राइल लोग से पाप करता गुनाह किया जिसका परमेश्वर हाजिर से दूर हो गया और परमेश्वर ने किया अपने साधन तो प्रकट किया जिसका दोबारा फिर परमेश्वर हाजिर आए। इस प्रकार होंगे कि विश्वास जन होंगे या फिर लोग होंगे कि परमेश्वर मेरा काम करते बाद परमेश्वर की करता होते अपने सजा में प्रकट करता या फिर परमेश्वर उन्होंने जिंदगी में कोई छोटी मोटी बीमारी निकालता है जिस कारण वो फिर दोबारा तौबा करके परमेश्वर हाजिर में आते हैं। तो यही है गल कि यही जो मेन जो चीज़ ने इस किताब के दिता गया है। सो मैं होप करता है कि सब समझ आ गया हो प्रभु सब आशीष देवे बरकत देवे आमीन।